सत श्री अकाल मेरे सारे दोस्तों। अज आप शुरू करने जा रहे हैं भाई पॉलिटी का लैक्चर। ये तुहाडे नाल मैं गल करनी है जो पॉलिटी की 20 MCQ करवाऊँगा। ठीक है, 20 MCQ करवाऊँगा। जे तुहानूं मैराथन क्लास चाहिए है, तुहानूं मैराथन क्लास चाहिए कि भी तुहानूं सारे MCQ करवा देण। घंटे भावें 2 घंटे की क्लास होवे, भावें 3 घंटे की क्लास होवे, भावें 2.5 घंटे की क्लास होवे पॉलिटी की। ठीक है, तो मैनूं दस दो भाई, मैं सारा कुछ वो भी वीडियो करवा दूँगा। मैनूं कमेंटां दे विच जिन्हां बच्चों ने जिन्हां ने कहा कि सर सानूं 20 भी करके करवा दो या 30 करके करवा दो, उन्होंने कमेंट भी मैं रिकॉर्ड करूँगा। तो ਜਿਹੜੇ ਬੱਚੇ ਨੇ ਕਿਹਾ ਸਾਨੂੰ ਮੈਰਾਥਨ ਕਲਾਸ ਉਹ ਹੁੰਦੀ ਹੈ ਪੁੱਤੋ ਜਿਹੜੀ ਇਕੱਠੀ ਲੱਗਦੀ ਹੁੰਦੀ 2-3 ਘੰਟਿਆਂ ਦੀ, ਕਿ ਜੇ ਉਹ ਇੱਕ ਵੀਡੀਓ 'ਚ ਕਵਰ ਕਰਨਾ ਇੱਕ ਵੀਡੀਓ 'ਚ ਕਵਰ ਕਰ ਦੂੰਗਾ। ਉਹ ਤੁਹਾਡੇ ਕਮੈਂਟ 'ਤੇ ਡਿਪੈਂਡ ਕਰਦਾ, ਤੁਸੀਂ ਮੈਨੂੰ ਕਮੈਂਟ ਕਰ ਦਿਓ ਵੀਡੀਓ ਦੇ ਵਿੱਚ। ਤੇ ਆ ਇੱਕ ਤਰ੍ਹਾਂ ਦਾ ਟੈਸਟ ਲਾਉਣਾ ਤੇ ਬਹੁਤ ਵਧੀਆ ਟੈਸਟ ਲੱਗਣਾ, ਤੁਸੀਂ ਧਿਆਨ ਨਾਲ ਦੇਖੋ। ਤੇ ਵੀਡੀਓ ਨੂੰ ਸਭ ਤੋਂ ਪਹਿਲਾਂ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਠੀਕ ਹੈ ਨਾ। ਮੈਥ ਦੇ ਲੈਕਚਰ ਵੀ ਤੁਹਾਡੀ ਅੱਜ ਇੱਕ ਕਈ ਨਿਬੇੜ ਦੇਣੀ ਹੈ ਮੈਥ ਦੀ ਮੈਂ। ਦੇਖੋ ਜੀ, किस साल ਦੇ ਵਿੱਚ ਭਾਰਤ ਸਰਕਾਰ ਨੇ ਕੇਂਦਰ ਸਰਕਾਰ ਦੇ ਸੰਬੰਧਾਂ ਬਾਰੇ ਸਰਕਾਰੀ ਕਮਿਸ਼ਨ ਦੀ ਸਥਾਪਿਤ ਕੀਤੀ ਸੀ। ਜਿਹੜਾ ਸਰਕਾਰੀ ਕਮਿਸ਼ਨ ਲਾਇਆ ਸੀ ਭਾਰਤ ਸਰਕਾਰ ਨੇ ਕੇਂਦਰ ਰਾਜ ਦੇ ਵਿੱਚ ਸੰਬੰਧਾਂ ਬਾਰੇ। ਠੀਕ ਹੈ, ਕਿ ਭਾਰਤ ਸਰਕਾਰ ਨੇ ਕੇਂਦਰ ਤੇ ਰਾਜ ਦੇ ਸੰਬੰਧਾਂ ਬਾਰੇ, ਕੇਂਦਰ ਸਰਕਾਰ ਹੋ ਗਈ ਇੱਕ ਰਾਜ ਹੋ ਗਈ, ਇਹਨਾਂ ਦੋਨਾਂ ਦੇ ਵਿਚਾਲੇ ਸੰਬੰਧ ਸਥਾਪਿਤ ਕਰਨ ਵਾਸਤੇ ਸਰਕਾਰੀ ਕਮਿਸ਼ਨ ਕਦੋਂ ਸਥਾਪਿਤ ਕੀਤਾ ਗਿਆ ਸੀ, ਕਿਸ ਸਾਲ ਸਥਾਪਿਤ ਕੀਤਾ ਗਿਆ ਸੀ ਦੋਸਤੋ ਪੁੱਤਰੋ, ਕਿਸ ਸਾਲ ਸਥਾਪਿਤ ਕੀਤਾ ਗਿਆ ਸੀ? ਤਾਂ ਇਹ ਸਥਾਪਿਤ ਕੀਤਾ ਗਿਆ ਸੀ ਭਾਈ ਆਪਣਾ B ਨੰਬਰ ਆਪਸ਼ਨ 1983 ਦੇ ਵਿੱਚ ਭਾਈ ਇਹ ਸਥਾਪਿਤ ਕੀਤਾ ਗਿਆ ਸੀ। ਠੀਕ ਹੈ ਜੀ। ਤੇ ਹੁਣ ਆਪਾਂ ਪੜ੍ਹਦੇ ਹਾਂ ਬਾਰੇ ਡਿਟੇਲ। ਜਿਹੜਾ ਸਰਕਾਰੀ ਕਮਿਸ਼ਨ ਸੀ ਇਹਦੀ ਸਥਾਪਨਾ 1983 ਦੇ ਵਿੱਚ ਕੇਂਦਰ ਸਰਕਾਰ ਦੁਆਰਾ ਦੇਸ਼ ਵਿੱਚ ਰਾਜ ਅਤੇ ਕੇਂਦਰ ਸਰਕਾਰਾਂ ਵਿਚਕਾਰ ਸ਼ਕਤੀ ਵਧੀਆ ਬਣਾ ਕੇ ਰੱਖਣਾ, ਸੰਤੁਲਨ ਬਣਾ ਕੇ ਰੱਖਣ ਵਾਸਤੇ ਕੀਤੀ ਗਈ ਸੀ। ਠੀਕ ਹੈ, ਬਸ ਇਹੀ ਚੀਜ਼ ਧਿਆਨ ਰੱਖ ਲਿਓ। ਇਸ ਤੋਂ ਬਾਅਦ ਕਮਿਸ਼ਨ ਦਾ ਇਹ ਨਾਂ ਇਸ ਲਈ ਰੱਖਿਆ ਗਿਆ ਸੀ ਕਿਉਂਕਿ ਇਸ ਦੀ ਅਗਵਾਈ ਭਾਰਤ ਦੀ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਰਜਿੰਦਰ ਸਿੰਘ ਸਰਕਾਰੀਆ ਕਰ ਰਹੇ ਸਨ। ਕਮੇਟੀ ਦੇ 2 ਹੋਰ ਮੈਂਬਰ ਸਨ, ਉਹਨਾਂ ਦੇ ਨਾਮ ਕੀ ਆ ਭਾਈ? ਸ਼ਿਵਰਾ ਰਮਨ ਅਤੇ ਡਾਕਟਰ SR ਸੇਨ। ਓਕੇ, ਹੁਣ ਗੱਲ ਸਮਝ ਆ ਗਈ ਉਹ ਡਿਟੇਲ ਦੇ ਵਿੱਚ। ਭਾਰਤ ਦੇ ਵਿੱਚ ਕਿਸ ਸਾਲ ਰਾਜ ਅਤੇ ਕੇਂਦਰ ਸਰਕਾਰ ਦੇ ਵਿੱਚ ਸੰਬੰਧ ਸਥਾਪਿਤ ਕਰਨ ਵਾਸਤੇ ਇੱਕ ਸਰਕਾਰੀ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ? ਕਦੋਂ ਕੀਤੀ ਗਈ ਸੀ? 1983 ਦੇ ਵਿੱਚ। ਇਹਦਾ ਨਾਂ ਸਰਕਾਰੀਆ ਕਿਉਂ ਰੱਖਿਆ ਗਿਆ ਸੀ? ਕਿਉਂਕਿ ਜਿਹੜਾ ਇਹਦਾ ਲੀਡ ਕਰ ਰਿਹਾ ਸੀ ਉਹ ਸੁਪਰੀਮ ਕੋਰਟ ਦਾ ਰਿਟਾਇਰ ਜੱਜ ਸੀ, ਉਹਦਾ ਨਾਮ ਕੀ ਸੀ? ਰਜਿੰਦਰ ਸਿੰਘ ਸਰਕਾਰੀਆ। ਉਹਦੇ ਨਾਲ 2 ਜੱਜ ਹੋਰ ਸੀ, ਉਹਨਾਂ ਦੇ ਵਿੱਚ ਇੱਕ ਦਾ ਨਾਂ ਹੈਗਾ ਸੀ ਸ਼੍ਰੀ B ਸ਼ਿਵ ਰਾਮਨ ਅਤੇ ਡਾਕਟਰ SR ਸੇਨ। ਓਕੇ ਪੁੱਤਰੋ, ਕਿਵੇਂ ਲੱਗਿਆ ਲੈਕਚਰ ਮੈਨੂੰ ਦੱਸਿਓ ਕਮੈਂਟਾਂ ਦੇ ਵਿੱਚ ਜ਼ਰੂਰ। ਇਸ ਤੋਂ ਬਾਅਦ ਅਗਲਾ, ਸੰਵਿਧਾਨ ਦੀ ਸੋਧ ਵਿੱਚ, ਸੋਧ ਨੂੰ ਕਹਿੰਦੇ ਆਪਾਂ ਅਮੈਂਡਮੈਂਟ। ਸੰਵਿਧਾਨ ਦੀ ਕਿਸ ਸੋਧ ਵਿੱਚ ਹੇਠ ਲਿਖੇ ਵਿੱਚੋਂ ਕਿਸ ਵਿੱਚ ਆਰੰਭ ਕੀਤੀ ਜਾ ਸਕਦੀ ਹੈ? ਜਿਹੜੀ ਆਪਾਂ ਕਿਸੇ ਵੀ ਮਤਲਬ ਸੰਵਿਧਾਨ ਦੇ ਵਿੱਚ ਕੋਈ ਅਮੈਂਡਮੈਂਟ ਕਰਨੀ ਹੈ, ਕੋਈ ਆਪਾਂ ਬਦਲਾਵ ਕਰਨਾ ਗਾ, ਉਹ ਬਦਲਾਵ ਵਾਸਤੇ ਜਿਹੜਾ ਆਪਾਂ ਮੁੱਦਾ ਰੱਖਣਾ ਗਾ ਉਹ ਸਭ ਤੋਂ ਪਹਿਲਾਂ ਕਿੱਥੇ ਪੇਸ਼ ਕਰਨਾ? ਆਪਾਂ ਕਹਿੰਦੇ ਆਪਾਂ ਲੋਕ ਸਭਾ 'ਚ ਪੇਸ਼ ਕਰਨਾ ਹੈ, ਉਹ ਆਪਾਂ ਰਾਜ ਸਭਾ 'ਚ ਪੇਸ਼ ਕਰਨਾ, ਕਿ ਆਪਾਂ ਰਾਜ ਵਿਧਾਨ ਸਭਾ 'ਚ ਪੇਸ਼ ਕਰਨਾ, ਕੋਈ ਵੀ ਆਪਾਂ ਅਮੈਂਡਮੈਂਟ ਬਣਾਉਣਾ ਹੈ। ਤਾਂ ਇਹ ਕਹਿੰਦੇ ਦੱਸੋ ਕਿ ਸਿਰਫ ਆਪਾਂ A ਆਪਸ਼ਨ 'ਚ ਕਰ ਸਕਦੇ ਹਾਂ, ਲੋਕ ਸਭਾ 'ਚ ਕਰ ਸਕਦੇ ਹਾਂ? ਕਹਿੰਦੇ ਜਾਂ ਆਪਾਂ ਲੋਕ ਸਭਾ ਅਤੇ ਰਾਜ ਸਭਾ ਦੋਨਾਂ 'ਚ ਕਰ ਸਕਦੇ ਹਾਂ, ਜਾਂ ਸਿਰਫ ਲੋਕ ਸਭਾ ਅਤੇ ਵਿਧਾਨ ਸਭਾ 'ਚ ਕਰ ਸਕਦੇ ਹਾਂ, ਤਾਂ ਜਾਂ ਆਪਾਂ ਤਿੰਨਾਂ 'ਚ ਹੀ ਕਰ ਸਕਦੇ ਹਾਂ। ਤਾਂ ਇਹਦਾ ਆਨਸਰ ਹੈਗਾ ਵੀ B ਨੰਬਰ ਆਪਸ਼ਨ। ਠੀਕ ਹੈ, ਕਹਿਣਾ ਮਤਲਬ ਕਿ ਜੇ ਆਪਾਂ ਕਿਸੇ ਬਿੱਲ ਦੇ ਵਿੱਚ ਅਮੈਂਡਮੈਂਟ ਕਰਨਾ, ਕਹਿੰਦਾ ਮਤਲਬ ਬਦਲਾਵ ਕਰਨਾ ਗਾ, ਤਾਂ ਉਹ ਆਪਾਂ ਲੋਕ ਸਭਾ ਦੇ ਵਿੱਚ ਵੀ ਬਿੱਲ ਪਾਸ ਕਰ ਸਕਦੇ ਹਾਂ, ਮੰਗ ਰੱਖ ਸਕਦੇ ਹਾਂ, ਰਾਜ ਸਭਾ ਦੇ ਵਿੱਚ ਵੀ ਮੰਗ ਰੱਖ ਸਕਦੇ ਹਾਂ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਹੁਣ ਪੜ੍ਹਦੇ ਹਾਂ ਡਿਟੇਲ 'ਚ ਵਿੱਚ। ਸੰਵਿਧਾਨ ਸੋਧ ਬਿੱਲ ਸੰਸਦ ਦੇ ਕਿਸੇ ਵੀ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਸੰਵਿਧਾਨ ਵਿੱਚ ਸੋਧ ਦੇ ਆਦੇਸ਼ ਨਾਲ ਬਿੱਲ ਕਿਸੇ ਵੀ ਰਾਜ ਦੀ ਵਿਧਾਨ ਸਭਾ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ। ਓਕੇ, ਰਾਜ ਸਭਾ 'ਚ ਕਦੇ ਨਹੀਂ ਪੇਸ਼ ਕੀਤਾ, ਰਾਜ ਸਭਾ ਨਾਲ ਤਾਂ ਕੋਈ ਸੰਬੰਧ ਹੀ ਨਹੀਂ, ਕਿਉਂਕਿ ਅਮੈਂਡਮੈਂਟ ਕਰਨਾ ਹੈ, ਅਮੈਂਡਮੈਂਟ ਪੂਰਾ ਵੱਡਾ ਕੰਮ ਹੁੰਦਾ, ਤਾਂ ਕਰਕੇ ਉਹ ਲੋਕ ਸਭਾ ਦੇ ਰਾਜ ਸਭਾ ਦੇ ਵਿੱਚ ਹੀ ਪਾਸ ਹੋਊਗਾ। ਇਸ ਤੋਂ ਬਾਅਦ ਅਗਲਾ ਕਹਿੰਦੇ ਸੰਵਿਧਾਨ ਸਭਾ ਦੇ ਮੈਂਬਰਾਂ ਦੁਆਰਾ ਆਖਰਕਾਰ ਭਾਰਤੀ ਸੰਵਿਧਾਨ ਉੱਤੇ ਕਿਸ ਤਰੀਕ ਨੂੰ ਹਸਤਾਖਰ ਕੀਤੇ ਗਏ ਸੀ? ਜਿਹੜੀ ਸੰਵਿਧਾਨ ਸਭਾ ਦੇ ਮੈਂਬਰ ਸੀ ਪੁੱਤਰੋ, ਉਹਨਾਂ ਦੁਆਰਾ ਜਦੋਂ ਆਪਣਾ ਸੰਵਿਧਾਨ ਬਣ ਗਿਆ ਸੀ ਉਹਦੇ 'ਤੇ ਸਾਈਨ ਕੀਤੇ ਗਏ ਸੀ। ਜਿਵੇਂ ਮੈਂ ਸਾਈਨ ਕਰਤੇ ਗਗਨਦੀਪ ਸਿੰਘ, ਠੀਕ ਹੈ, ਗੱਲ ਬਣ ਗਈ, ਸਾਈਨ ਕਰਤੇ। ਕਹਿੰਦੇ ਸਾਈਨ ਕਿਦੋਂ ਕੀਤੇ ਗਏ ਸੀ? ਸਾਈਨਾਂ ਦੀ ਗੱਲ ਕਰ ਰਹੇ ਨੇ। ਠੀਕ ਹੈ, ਤਾਂ 26 ਨਵੰਬਰ 1949, 24 ਜਨਵਰੀ 1950, 26 ਜਨਵਰੀ 1950 ਕਿ 24 ਜਨਵਰੀ 1949? ਤਾਂ ਇਹਦਾ ਆਨਸਰ ਹੈਗਾ ਵੀ ਆਪਸ਼ਨ ਨੰਬਰ B 24 ਜਨਵਰੀ 1950 ਨੂੰ ਇਹਦੇ 'ਤੇ ਸਾਈਨ ਕੀਤੇ ਗਏ ਸੀ, ਅਤੇ 26 ਜਨਵਰੀ 1950 ਨੂੰ ਇਹ ਲਾਗੂ ਹੋ ਗਿਆ ਸੀ, ਅਤੇ 26 ਨਵੰਬਰ 1949 ਨੂੰ ਆਪਾਂ ਇਹ ਅਡੋਪਟ ਕਰ ਲਿਆ ਸੀ। ਠੀਕ ਹੈ, ਕਹਿੰਦਾ ਮਤਲਬ ਗੋਦ ਲੈ ਲਿਆ ਸੀ। ਠੀਕ ਹੈ, 3 ਡੇਟੇ ਦਿੱਤੀਆਂ ਪਈਆਂ। ਦੇਖੋ ਹੁਣ ਸੰਵਿਧਾਨ ਉੱਤੇ ਅੰਤ ਵਿੱਚ ਸੰਵਿਧਾਨ ਸਭਾ ਦੇ ਮੈਂਬਰਾਂ ਦੁਆਰਾ 24 ਜਨਵਰੀ 1950 ਨੂੰ ਦਸਤਖਤ ਕੀਤੇ ਗਏ ਸੀ, ਸਾਈਨ ਕੀਤੇ ਗਏ ਸੀ, ਅਤੇ 26 ਜਨਵਰੀ 1950 ਨੂੰ ਇਹ ਲਾਗੂ ਹੋ ਗਿਆ ਸੀ। ਠੀਕ ਹੈ, PDF ਤੁਹਾਨੂੰ ਮਿਲ ਜੂਗਾ, ਟੈਨਸ਼ਨ ਨਾ ਲਓ। ਇਸ ਤੋਂ ਬਾਅਦ ਅਗਲਾ ਬਹੁਤ ਔਖੇ ਆਪਰੇਸ਼ਨ ਕੱਢ ਕੇ ਲਿਆਂਦੇ ਪੁੱਤਰੋ। ਬੁਨਿਆਦੀ ਅਧਿਕਾਰਾਂ ਨੂੰ
ਜਿਹੜੇ ਆਪਣੇ ਬੁਨਿਆਦੀ ਅਧਿਕਾਰ ਹੈ ਉਹਨੂੰ ਲਾਗੂ ਕਰਨ ਲਈ ਹੇਠ ਲਿਖਿਆ ਅਦਾਲਤਾਂ ਵਿੱਚੋਂ ਕਿਸ ਨੂੰ ਰਿਟ ਜਾਰੀ ਕਰਨ ਦਾ ਅਧਿਕਾਰ ਹੈ। ਕੋਈ ਰਿਟ ਜਾਰੀ ਕਰਨੀ ਹੈ, ਕਿਹਨਾਂ ਨੂੰ, ਕਿਸੇ ਨੂੰ ਅਧਿਕਾਰ ਹੈ, ਕਹਿੰਦੇ ਮਹਾਂ ਸਭਾ ਨੂੰ, ਉੱਚ ਅਦਾਲਤਾਂ ਨੂੰ, ਜ਼ਿਲ੍ਹਾ ਅਦਾਲਤਾਂ ਨੂੰ। ਕਿਹਨਾਂ ਨੂੰ, ਜਿਹੜੇ ਆਪਣੇ ਬੁਨਿਆਦੀ ਅਧਿਕਾਰ ਹੈਗੇ ਉਹਨਾਂ ਦੇ ਰਿਟ ਕਰਨ ਦਾ ਅਧਿਕਾਰ ਹੈਗਾ ਗਾ, ਕਹਿੰਦੇ ਸਿਰਫ ਏ ਨੂੰ ਹੈ, ਏ ਤੇ 2, 1 ਤੇ 2 ਨੂੰ ਹੈ, 2 ਤੇ 3 ਨੂੰ ਹੈ। ਅਤੇ ਇਹਦਾ ਆਨਸਰ ਹੈਗਾ ਵੀ ਬੀ ਨੰਬਰ ਆਪਸ਼ਨ। ਠੀਕ ਹੈ, ਜਿਹੜੇ ਆਪਣੇ ਹਾਈ ਕੋਰਟ ਹੁੰਦੀਆਂ ਅਤੇ ਆਪਣੀਆਂ ਸੁਪਰੀਮ ਕੋਰਟ ਹੁੰਦੀਆਂ, ਇਹਨਾਂ ਨੂੰ ਕੀ ਹੈਗਾ, ਰਿਟ ਜਾਰੀ ਕਰਨ ਦਾ ਅਧਿਕਾਰ ਹੈਗਾ। ਇਹ ਹੁਣ ਪੜ੍ਹਦੇ ਆਪਾਂ ਡਿਟੇਲ ਦੇ ਵਿੱਚ। ਭਾਰਤ ਵਿੱਚ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੋਵਾਂ ਨੂੰ ਰਿਟ ਅਧਿਕਾਰ ਦੇ ਖੇਤਰ ਨਾਲ ਅਧਿਕਾਰਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਾਨੂੰਨ ਦੁਆਰਾ ਸੰਸਦ ਅਜਿਹੀਆਂ ਅਦਾਲਤਾਂ ਦੇ ਅਧਿਕਾਰ ਖੇਤਰ ਦੀਆਂ ਸਥਾਨਕ ਸਮਿਆਵਾਂ ਲਈ ਕਿਸੇ ਹੋਰ ਅਦਾਲਤਾਂ ਨੂੰ ਰਿਟ ਜਾਰੀ ਕਰਨ ਦੀ ਸ਼ਕਤੀ ਵਧਾ ਸਕਦੀ ਹੈ। ਠੀਕ ਹੈ, ਜੇ ਕੋਈ ਮਤਲਬ ਕਾਨੂੰਨ ਪਾਸ ਕਰਨਾ ਉਹਦਾ ਬਿੱਲ ਸੰਸਦ ਦੇ ਵਿੱਚ ਪਾਸ ਕੀਤਾ ਜਾਊਗਾ। ਰਿਟਾਂ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੋਨੇ ਦਾਇਰ ਕਰ ਸਕਦੀ ਹੈ। ਇਸ ਤੋਂ ਬਾਅਦ ਅਗਲੇ 'ਤੇ ਰਜਿਸਟਰੀਕਰਨ, ਰਜਿਸਟਰੀ ਨਹੀਂ ਕਰਵਾਉਂਦੇ ਆਪਾਂ, ਉਹਨੂੰ ਕਹਿੰਦੇ ਰਜਿਸਟਰੀਕਰਨ। ਰਜਿਸਟਰੀਕਰਨ ਦੁਆਰਾ ਨਾਗਰਿਕਤਾ ਪ੍ਰਾਪਤ ਕਰਨ ਲਈ ਅਰਜ਼ੀ ਦੇਣ ਤੋਂ ਪਹਿਲਾਂ ਆਪਾਂ ਰਜਿਸਟ੍ਰੇਸ਼ਨ ਦੇਣੀ ਹੈ ਆਪਣੀ। ਠੀਕ ਹੈ, ਆਪਾਂ ਨਾਗਰਿਕਤਾ ਪ੍ਰਾਪਤ ਕਰਨੀ ਹੈ। ਨਾਗਰਿਕਤਾ ਪ੍ਰਾਪਤ ਕਰਨ ਦੀ ਅਰਜ਼ੀ ਦੇਣ ਤੋਂ ਪਹਿਲਾਂ ਕਿੰਨੇ ਸਾਲਾਂ ਤੋਂ ਭਾਰਤੀ ਮੂਲ ਦਾ ਵਿਅਕਤੀ ਭਾਰਤ ਦਾ ਇੱਕ ਆਮ ਨਿਵਾਸੀ ਹੋਣਾ ਚਾਹੀਦਾ। ਮੰਨ ਲਓ ਮੈਂ ਹੁਣ ਭਾਰਤ ਦਾ, ਮੈਂ ਬਾਹਰੋਂ ਆ ਗਿਆ, ਬਾਹਰੋਂ ਆ ਕੇ ਮੈਂ ਕੀ ਕਿਹਾ ਭਾਈ ਮੈਂ ਭਾਰਤ ਦਾ ਵਸਨੀਕ ਬਣਨਾ ਹੈ, ਤਾਂ ਮੈਨੂੰ ਭਾਰਤ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਰਹਿਣਾ ਪਊਗਾ ਉਸ ਤੋਂ ਪਹਿਲਾਂ, ਉਸ ਤੋਂ ਵਸਨੀਕ ਬਣਨ ਵਾਸਤੇ। ਤਾਂ ਭਾਈ ਇਹਦਾ ਆਨਸਰ ਹੈਗਾ ਆਪਸ਼ਨ ਨੰਬਰ ਡੀ, ਮੈਨੂੰ ਘੱਟੋ ਘੱਟ ਇੱਥੇ 7 ਸਾਲ ਰਹਿਣਾ ਪਊਗਾ, ਫਿਰ ਜਾ ਕੇ ਮੈਂ ਕਿਤੇ ਭਾਰਤ ਦਾ ਵਸਨੀਕ ਬਣੂੰਗਾ। ਇਹ ਗੱਲ ਯਾਦ ਰੱਖਣੀ ਹੈ। ਦੇਖੋ, ਜੇ ਵਿਅਕਤੀ ਭਾਰਤੀ ਮੂਲ ਦਾ ਹੈ ਤਾਂ ਉਸ ਨੂੰ ਰਜਿਸਟਰੇਸ਼ਨ ਦੁਆਰਾ ਨਾਗਰਿਕਤਾ ਪ੍ਰਾਪਤ ਕਰਨ ਦੀ ਅਰਜ਼ੀ ਦੇਣ ਤੋਂ ਪਹਿਲਾਂ 7 ਸਾਲ ਦੀ ਭਾਰਤ ਦਾ ਆਮ ਨਿਵਾਸੀ ਹੋਣਾ ਪਵੇਗਾ। ਮੂਲ ਦਾ ਮਤਲਬ ਕਿ ਜੇ ਰਿਹਾ ਤਾਂ ਭਾਵੇਂ ਉਹ ਬਾਹਰਲੇ ਦੇਸ਼ ਦੇ ਵਿੱਚ ਹੈ, ਜੇ ਭਾਰਤ ਦਾ ਨਿਵਾਸੀ ਹੈਗਾ। ਇਸ ਤੋਂ ਬਾਅਦ ਹੇਠ ਲਿਖਿਆਂ ਵਿੱਚੋਂ ਰਾਜਾਂ ਵਿੱਚੋਂ ਕਿਹੜਾ ਰਾਜ ਬਣਨ ਤੋਂ ਪਹਿਲਾਂ ਕੇਂਦਰ ਸ਼ਾਸਿਤ ਪ੍ਰਦੇਸ਼ ਸੀ। ਇਹਨਾਂ 'ਚੋਂ ਕਿਹੜਾ ਰਾਜ ਪਹਿਲਾਂ ਬਾਅਦ 'ਚ ਰਾਜ ਬਣਾਇਆ, ਪਹਿਲਾਂ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਸੀ। ਇਹਨਾਂ ਦੇ ਵਿੱਚੋਂ ਦੱਸੋ ਕਿਹੜਾ ਸੀ, ਕਿਹੜੇ ਰਾਜ ਸੀ ਜਿਹੜੇ ਰਾਜ ਬਣਨ ਤੋਂ ਪਹਿਲਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਆਉਂਦੇ ਸੀ। ਕਿਹੜੇ ਸੀ ਭਾਈ, ਹਿਮਾਚਲ ਤ੍ਰਿਪੁਰਾ, ਹਿਮਾਚਲ ਮਣੀਪੁਰ ਤ੍ਰਿਪੁਰਾ, ਹਿਮਾਚਲ ਮਣੀਪੁਰ ਸਿੱਕਮ ਤ੍ਰਿਪੁਰਾ, ਅਤੇ ਉਪਰੋਕਤਾਂ ਵਿੱਚੋਂ ਕੋਈ ਨਹੀਂ। ਤਾਂ ਇਹਦਾ ਆਨਸਰ ਹੈਗਾ ਬੀ ਨੰਬਰ ਆਪਸ਼ਨ, ਹਿਮਾਚਲ ਪ੍ਰਦੇਸ਼, ਮਣੀਪੁਰ ਅਤੇ ਤ੍ਰਿਪੁਰਾ। ਇਹ ਰਾਜ ਬਣਨ ਤੋਂ ਪਹਿਲਾਂ ਕੀ ਸੀ, ਕੇਂਦਰ ਸ਼ਾਸਿਤ ਪ੍ਰਦੇਸ਼ ਸਨ। ਇਹ ਗੱਲ ਯਾਦ ਰੱਖਣੀ ਹੈ। 5 ਮੌਜੂਦਾ ਰਾਜ ਜਿਵੇਂ ਪੂਰਨ ਰਾਜ ਬਣਨ ਤੋਂ ਪਹਿਲਾਂ, ਜਿਵੇਂ ਗੋਆ ਹੋ ਗਿਆ, ਹਿਮਾਚਲ ਹੋ ਗਿਆ, ਮਣੀਪੁਰ ਹੋ ਗਿਆ, ਤ੍ਰਿਪੁਰਾ ਹੋ ਗਿਆ, ਮਿਜ਼ੋਰਮ, ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਹੁੰਦੇ ਸੀ ਸਭ ਤੋਂ ਪਹਿਲਾਂ। ਠੀਕ ਹੈ, ਇਸ ਤੋਂ ਬਾਅਦ 1987 ਦੇ ਵਿੱਚ ਗੋਆ, ਇਹ ਗੱਲ ਯਾਦ ਰੱਖਣਾ ਗੋਆ ਕਿਦੋਂ ਬਣਿਆ ਸੀ 1987 ਦੇ ਵਿੱਚ। ਵੈਰੀ ਇੰਪੋਰਟੈਂਟ ਚੀਜ਼ ਆਹ 1987 ਦੇ ਜਮਾ ਨਹੀਂ ਭੁੱਲਣੀ ਕਿ 1987 ਦੇ ਵਿੱਚ ਗੋਆ ਬਣਿਆ ਸੀ, 1971 ਦੇ ਵਿੱਚ ਹਿਮਾਚਲ ਪ੍ਰਦੇਸ਼ ਬਣਿਆ ਸੀ, 1972 ਦੇ ਵਿੱਚ ਮਣੀਪੁਰ ਬਣਿਆ ਸੀ, 1987 ਦੇ ਵਿੱਚ ਤ੍ਰਿਪੁਰਾ ਬਣਿਆ ਸੀ, ਮਿਜ਼ੋਰਮ ਬਣਿਆ ਸੀ। ਠੀਕ ਹੈ, ਇਹ 'ਚ ਸਭ ਤੋਂ ਇੰਪੋਰਟੈਂਟ ਹੈਗਾ ਗੋਆ ਵਾਲਾ, ਤੁਸੀਂ ਬਿਲਕੁਲ ਨਹੀਂ ਭੁੱਲਣਾ, ਅਤੇ ਇੱਕ ਹਿਮਾਚਲ ਵਾਲਾ। ਆਹ ਭਾਵੇਂ ਦੂਸਰੇ ਤੁਸੀਂ ਭੁੱਲ ਜਾਓ, ਕੋਈ ਚੱਕਰ ਵਾਲੀ ਗੱਲ ਨਹੀਂ, ਵੈਸੇ ਇਹ ਵੀ ਯਾਦ ਕਰਿਓ, ਪਰ ਆਹ ਤਾਂ 2 ਜਮੀ ਨਹੀਂ ਭੁੱਲਣੇ, ਗੋਆ ਅਤੇ ਹਿਮਾਚਲ ਪ੍ਰਦੇਸ਼ ਵਾਲਾ। ਇਸ ਤੋਂ ਬਾਅਦ ਜੰਮੂ ਕਸ਼ਮੀਰ ਭਾਰਤ ਦਾ ਇੱਕ ਇਕਲੌਤਾ ਸੂਬਾ ਹੈ ਜਿਸ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬਦਲ ਦਿੱਤਾ ਗਿਆ ਹੈ। ਠੀਕ ਹੈ, ਇਹ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਬਦਲ ਦਿੱਤਾ। ਇਸ ਤੋਂ ਬਾਅਦ ਅਗਲੇ 'ਤੇ ਕਹਿੰਦੇ ਕਿਹੜੀ ਸੋਧ ਨੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੀ ਨਿਆਂਪਾਲਕਾ ਸਮੀਖਿਆ ਦੀ ਸ਼ਕਤੀ ਨੂੰ ਬਹਾਲ ਕੀਤਾ ਅਤੇ ਜੋ ਪਹਿਲਾ ਸੰਵਿਧਾਨ ਸੋਧ ਐਕਟ 1976 ਦੁਆਰਾ ਘਟਾ ਦਿੱਤਾ ਗਿਆ ਸੀ। ਸੁਪਰੀਮ ਕੋਰਟ ਅਤੇ ਹਾਈ ਕੋਰਟ ਨਿਆਂਲੇ ਦੀ ਸਮੀਖਿਆ ਨੂੰ ਸ਼ਕਤੀ ਨੂੰ ਬਹਾਲ ਕਰਤਾ। ਠੀਕ ਹੈ, ਪਹਿਲਾਂ ਦੀ ਸ਼ਕਤੀ ਨੂੰ ਘਟਾਤਾ ਸੀ। ਸ਼ਕਤੀ ਨੂੰ ਕਿਹੜੇ ਐਕਟ ਦੇ ਅਧੀਨ ਸ਼ਕਤੀ ਨੂੰ ਘਟਾਤਾ ਸੀ, ਤਾਂ ਇਹ ਜਿਹੜਾ ਐਕਟ ਹੋਇਆ ਸੀ ਭਾਈ, ਇਹ ਹੋਇਆ ਸੀ ਆਪਣਾ ਏ ਆਪਸ਼ਨ ਤੀਸਰਾ, ਇਹਦਾ ਹੈਗਾ ਆਪਣਾ 1 ਨੰਬਰ ਆਪਸ਼ਨ ਹੈ ਭਾਈ। ਠੀਕ ਹੈ, ਤਾਂ ਇਹ ਗੱਲ ਯਾਦ ਰੱਖੋ, ਜਿਹੜਾ ਐਕਟ ਹੋਇਆ ਸੀ ਆਪਣਾ 40 ਤੀਜਾ, ਠੀਕ ਹੈ, ਸੋਧ ਐਕਟ 1977 ਵਾਲਾ ਜਿਹੜਾ ਹੋਇਆ ਸੀ ਉਹਦੇ ਅਨੁਸਾਰ। ਹੁਣ ਇਹ ਵੀ ਡਿਟੇਲ 'ਚ ਸਮਝਦੇ ਹਾਂ। ਸੰਵਿਧਾਨ ਦਾ 43ਵਾਂ ਜਿਹੜਾ ਹੋਇਆ ਸੀ ਸੋਧ ਐਕਟ 1977, ਉਸਨੇ ਨਿਆਂਪਾਲਕ ਸਮੀਖਿਆ ਦੇ ਰਿਟਾਂ ਦੇ ਮੁੱਦੇ ਦੇ ਸੰਬੰਧ ਵਿੱਚ ਸੁਪਰੀਮ ਕੋਰਟ ਅਤੇ ਹਾਈ ਕੋਰਟ ਨੂੰ ਅਧਿਕਾਰ ਖੇਤਰ ਬਹਾਲ ਕਰਤਾ ਸੀ ਰਿਟਾਂ ਸੰਬੰਧੀ। ਠੀਕ ਹੈ, ਇਸ ਤੋਂ ਬਾਅਦ ਪਹਿਲਾ ਅਵਿਸ਼ਵਾਸ ਪ੍ਰਸਤਾਵ ਲੋਕ ਸਭਾ ਵਿੱਚ ਹੇਠ ਲਿਖੇ ਸਾਲਾਂ ਵਿੱਚ ਕਿਦੋਂ ਪੇਸ਼ ਕੀਤਾ ਗਿਆ। ਅਵਿਸ਼ਵਾਸ, ਮੰਨ ਲਓ ਆਪਾਂ ਕਿਸੇ ਕਿਸੇ ਅਹੁਦੇ ਤੋਂ ਲਾਉਣਾ ਤਾਂ ਆਪਾਂ ਇੱਕ ਅਵਿਸ਼ਵਾਸ ਦਾ ਮਤਾ ਪਾਸ ਕਰਦੇ ਹਾਂ। ਕਹਿੰਦੇ ਅਵਿਸ਼ਵਾਸ ਦਾ ਮਤਾ ਲੋਕ ਸਭਾ ਦੇ ਵਿੱਚ ਸਭ ਤੋਂ ਪਹਿਲਾਂ ਕਿਦੋਂ ਪੇਸ਼ ਕੀਤਾ ਗਿਆ ਸੀ, ਤਾਂ ਇਹ ਕੀਤਾ ਗਿਆ ਸੀ ਭਾਈ 1963 ਦੇ ਵਿੱਚ ਕੀਤਾ ਗਿਆ ਸੀ। ਠੀਕ ਹੈ, ਪਹਿਲੀ ਬੇਭਰੋਸਗੀ ਮਤਾ ਲੋਕ ਸਭਾ ਵਿੱਚ ਆਚਾਰੀਆ ਕਿਰਪਾਨੀ ਦੁਆਰਾ ਅਗਸਤ 1963 ਦੇ ਵਿੱਚ ਵਿਨਾਸ਼ਕਾਰੀ ਭਾਰਤ ਚੀਨ ਯੁੱਧ ਦੇ ਤੁਰੰਤ ਬਾਅਦ ਪੇਸ਼ ਕੀਤਾ ਗਿਆ ਸੀ। ਇਹ ਗੱਲ ਵੀ ਯਾਦ ਰੱਖਣੀ ਕਿ ਵੀ ਪੁੱਛਣਾ ਨੇ ਕਿ ਇਹ ਜਿਹੜਾ ਬੇਭਰੋਸਗੀ ਪਤਾ ਸੀ ਸਭ ਤੋਂ ਪਹਿਲਾਂ ਕਿਹਨੇ ਕੀਤਾ ਸੀ, ਕਿਰਪਾਨੀ ਨੇ। ਕਦੋਂ, 1963 ਦੇ ਵਿੱਚ। ਕਿਹੜੇ ਯੁੱਧ ਤੋਂ ਬਾਅਦ, ਭਾਰਤ ਅਤੇ ਚੀਨ ਦਾ ਯੁੱਧ ਤੋਂ ਬਾਅਦ। ਕਦੋਂ ਹੋਇਆ ਸੀ ਇਹ, 1962 ਦੇ ਵਿੱਚ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ।
ਇਸ ਤੋਂ ਬਾਅਦ ਨਿਮਨਲਿਖਤ ਵਿੱਚੋਂ ਕੌਣ ਅੰਤਿਮ ਸਰਕਾਰ 1946-47 ਵਿੱਚ ਕਾਰਜਕਾਰੀ ਪ੍ਰੀਸ਼ਦ ਦਾ ਉਪ ਪ੍ਰਧਾਨ ਸੀ? ਠੀਕ ਹੈ, ਕਾਰਜਕਾਰੀ ਐਕਸੀਕਿਊਟਿਵ ਦਾ ਕਿਹੜਾ ਹੋ ਸੀ ਭਾਈ? ਪ੍ਰੀਸ਼ਦ ਦਾ ਉਪ ਪ੍ਰਧਾਨ ਕੌਣ ਸੀ? ਉਪ ਪ੍ਰਧਾਨ ਪੁੱਛ ਲਿਆ ਇਹਨਾਂ ਨੇ। ਅੰਤਿਮ ਸਰਕਾਰ ਸੀ 1946 ਤੇ 47 ਦੇ ਵਿੱਚ। ਤਾਂ ਭਾਈ ਇਹਦਾ ਹੈਗਾ ਸੀ ਆਪਣਾ ਪੰਡਿਤ ਜਵਾਹਰ ਲਾਲ ਨਹਿਰੂ। ਠੀਕ ਹੈ, ਇਹ ਗੱਲ ਯਾਦ ਰੱਖਣੀ, ਬੀ ਨੰਬਰ ਆਪਸ਼ਨ। ਜਵਾਹਰ ਲਾਲ ਨਹਿਰੂ ਪਹਿਲੀ ਅਤੇ ਦੂਜੀ ਅੰਤਿਮ ਕੈਬਨਿਟ ਵਿੱਚ ਕਾਰਜਕਾਰੀ ਕੌਂਸਲ ਵਿਦੇਸ਼ ਮਾਮਲਿਆਂ ਦੇ ਰਾਸ਼ਟਰਮੰਡਲ ਦੇ ਸੰਬੰਧਾਂ ਵਿੱਚ ਉਪ ਪ੍ਰਧਾਨ ਸਨ। ਇਹ ਗੱਲ ਯਾਦ ਰੱਖਣੀ ਹੈ, ਪਹਿਲੀ ਅਤੇ ਦੂਜੀ ਅੰਤਿਮ ਕੈਬਨਿਟ ਵਿੱਚ ਵੀ ਪ੍ਰਧਾਨ ਸਨ। ਰਾਸ਼ਟਰਪਤੀ ਲਾਰਡ ਵਾਇਸਰਾਏ, ਠੀਕ ਹੈ, ਬੈਵਲ ਵਾਇਸਰਾਏ ਅਤੇ ਭਾਰਤ ਦੇ ਗਵਰਨਰ ਜਨਰਲ ਵੀ ਸਨ ਇਹ। ਠੀਕ ਹੈ, ਇਸ ਤੋਂ ਬਾਅਦ ਕਿਸ ਸਾਲ ਉੱਤਰਾਂਚਲ ਦਾ ਨਾਮ ਬਦਲ ਕੇ ਉੱਤਰਾਖੰਡ ਰੱਖਿਆ ਗਿਆ? ਉੱਤਰਾਂਚਲ ਦਾ ਪਹਿਲਾਂ ਪੁਰਾਣਾ ਨਾਮ, ਉੱਤਰਾਖੰਡ ਦਾ ਪੁਰਾਣਾ ਨਾਮ ਉੱਤਰਾਂਚਲ, ਇਹ ਪ੍ਰਸ਼ਨ ਬਣ ਗਿਆ ਇੱਕ ਤਾਂ। ਠੀਕ ਹੈ, ਉੱਤਰਾਖੰਡ ਦਾ ਪੁਰਾਣਾ ਨਾਮ ਕੀ ਸੀ? ਉੱਤਰਾਂਚਲ। ਇਹ ਕਿਹੜੇ ਸਾਲ ਬਦਲ ਕੇ ਰੱਖਿਆ ਗਿਆ ਸੀ? ਇਹ ਬਦਲ ਕੇ ਰੱਖਿਆ ਗਿਆ ਸੀ ਭਾਈ 2007 ਦੇ ਵਿੱਚ ਬਦਲ ਕੇ ਰੱਖਤਾ ਸੀ। ਇਹ ਗੱਲ ਯਾਦ ਰੱਖਣੀ ਹੈ। ਭਾਰਤ ਦਾ 27ਵਾਂ ਰਾਜ ਕਿਹੜਾ ਹੈਗਾ? ਉੱਤਰਾਂਚਲ ਹੈਗਾ। ਠੀਕ ਹੈ, ਉੱਤਰ ਪ੍ਰਦੇਸ਼ ਤੋਂ 9 ਨਵੰਬਰ, ਠੀਕ ਹੈ, ਦੇਖੋ ਉੱਤਰਾਖੰਡ, ਝਾਰਖੰਡ ਤੇ ਯੂਪੀ, ਉੱਤਰ ਪ੍ਰਦੇਸ਼। ਠੀਕ ਹੈ, ਇਹ ਤਿੰਨੇ 2000 ਦੇ ਵਿੱਚ ਬਣੇ ਸੀ। ਗੱਲ ਯਾਦ ਰੱਖਣੀ ਹੈ, 21 ਸਾਲ 'ਚ ਬਣੇ ਸੀ ਉੱਤਰਾਖੰਡ, ਝਾਰਖੰਡ ਤੇ ਯੂਪੀ। ਇਹ ਗੱਲ ਯਾਦ ਰੱਖਣੀ ਹੈ। 27ਵਾਂ ਰਾਜ ਜਿਹੜਾ ਆਪਣਾ ਉੱਤਰਾਂਚਲ, ਜਿਹਨੂੰ ਆਪਾਂ ਉੱਤਰਾਖੰਡ ਕਹਿੰਦੇ। ਉੱਤਰ ਪ੍ਰਦੇਸ਼ ਤੋਂ 1 ਨਵੰਬਰ 2002 ਨੂੰ ਬਣਾਇਆ ਗਿਆ ਸੀ। ਇਸ ਦਾ ਨਾਮ ਜਨਵਰੀ 2007 ਵਿੱਚ ਉੱਤਰਾਖੰਡ ਰੱਖਿਆ ਗਿਆ। ਇਸ ਤੋਂ ਬਾਅਦ ਸੰਵਿਧਾਨ ਨਿਰਮਾਣ, ਸੰਵਿਧਾਨ ਸਭਾ ਨੂੰ ਕਿੰਨਾ ਸਮਾਂ ਲੱਗਾ ਸੀ? ਕਹਿੰਦੇ ਸੰਵਿਧਾਨ ਦਾ ਜਿਹੜਾ ਨਿਰਮਾਣ ਹੋਣ 'ਤੇ ਆਪਾਂ ਨੂੰ ਕਿੰਨਾ ਸਮਾਂ ਲੱਗਿਆ ਸੀ? ਦੇਖੋ ਅੱਧੇ ਬੱਚੇ ਇੱਥੇ ਕਹਿਣਗੇ ਸਾਰੇ ਇੱਥੇ ਤਾਂ ਆਪਸ਼ਨ ਹੀ ਨਹੀਂ ਹੈਗੀ। ਅਸੀਂ ਤਾਂ ਪੜ੍ਹਿਆ ਹੋਇਆ 2 ਸਾਲ 11 ਮਹੀਨੇ 18 ਦਿਨ। ਅਸੀਂ ਤਾਂ ਇਹ ਚੀਜ਼ ਪੜ੍ਹੀ ਹੋਈ ਆ, ਸਾਨੂੰ ਇਹ ਚੀਜ਼ ਤਾਂ ਕਿਤੇ ਇਹਨਾਂ 'ਚ ਲਿਖੀ ਨਹੀਂ ਹੈਗੀ। ਦੇਖੋ ਪੁੱਤਰੋ, ਪੇਪਰ ਵਾਲੇ ਨੇ ਆਪਣਾ ਮਾਈਂਡ ਦੇਖਣਾ ਹੁੰਦਾ ਗਾ, ਜਿਹਦੇ ਵਿੱਚ ਨਨ ਆਫ ਦੀਜ਼ ਦੀ ਆਪਸ਼ਨ ਹੈ ਹੀ ਨਹੀਂ। ਨਨ ਆਫ ਦੀਜ਼ ਦੀ ਆਪਸ਼ਨ ਹੈ ਨਹੀਂ ਇਹਦੇ ਵਿੱਚ, ਤਾਂ 1 ਸਾਲ ਤਾਂ ਆਪਾਂ ਲਾ ਨਹੀਂ ਸਕਦੇ, 2 ਸਾਲ ਵੀ ਨਹੀਂ ਲਾ ਸਕਦੇ, 6 ਮਹੀਨੇ ਵੀ ਨਹੀਂ ਲਾ ਸਕਦੇ। ਤਾਂ 2 ਸਾਲ 11 ਮਹੀਨੇ 18 ਦਿਨ ਦੇ ਨੇੜੇ ਤੇੜੇ ਕਿਹੜੀ ਰਕਮ ਆ ਗਈ? 3 ਸਾਲ। ਤਾਂ ਥੋੜ੍ਹਾ ਜਿਹਾ ਮਾਈਂਡ ਦਾ ਵੀ ਕੰਮ ਕਰਨ ਦੇ ਨਾਲ ਆਨਸਰ ਸੀ ਨੰਬਰ ਆਪਸ਼ਨ ਆ ਜਾਊਗਾ। ਆ ਪਿਆ 2 ਸਾਲ 11 ਮਹੀਨੇ 18 ਦਿਨ ਲੱਗੇ ਸੀ ਸੰਵਿਧਾਨ ਸਭਾ ਨੂੰ ਬਣਾਉਣ ਵਾਸਤੇ। ਇਸ ਤੋਂ ਬਾਅਦ ਅਗਲਾ ਭਾਗ ਚੌਥਾ। ਠੀਕ ਹੈ, ਭਾਗ ਚੌਥਾ। ਭਾਗ ਚੌਥੇ ਦੇ ਵਿੱਚ ਆਪਣਾ ਕੀ ਆ ਜਾਂਦਾ? DPSP ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ। 36 ਤੋਂ ਲੈ ਕੇ 51 ਤੱਕ ਚੌਥੇ ਭਾਗ ਦੇ ਵਿੱਚ, ਅਤੇ ਚੌਥੇ ਏ ਦੇ ਵਿੱਚ ਆ ਜਾਂਦਾ ਆਪਣਾ ਫੰਡਾਮੈਂਟਲ ਡਿਊਟੀਆਂ, ਜਿਹੜੀਆਂ ਆਪਣੀਆਂ 10 ਆ, ਪਹਿਲਾਂ 11 ਹੁੰਦੀਆਂ ਸੀ। ਦੇਖੋ ਭਾਗ ਚੌਥਾ ਆਰਟੀਕਲ 36 ਤੋਂ 51 ਤੱਕ, ਤਾਂ ਮੈਨੂੰ ਪਤਾ ਹੈਗਾ। ਹੇਠ ਲਿਖੇ ਵਿੱਚੋਂ ਕਿਹੜੇ ਲੇਖਾਂ ਦੇ ਵਿੱਚ ਰਾਜਨੀਤੀ ਨਿਰਦੇਸ਼ਕ, ਇਹਨੂੰ DPSP ਕਹਿੰਦੇ ਦੇ ਸਿਧਾਂਤ ਸ਼ਾਮਲ ਹਨ ਜਿਨ੍ਹਾਂ ਵਿੱਚ ਗਾਂਧੀਵਾਦ ਸਿਧਾਂਤਾਂ ਦਾ ਦਾਇਰਾ ਹੈ? ਗਾਂਧੀਵਾਦ ਸਿਧਾਂਤਾਂ ਦਾ ਦਾਇਰਾ ਕਾਹਦੇ ਵਿੱਚ ਹੈ? ਗਾਂਧੀਵਾਦ ਸਿਧਾਂਤ ਆਪਣੇ 3 ਹੈਗੇ। ਠੀਕ ਹੈ, ਗਾਂਧੀਵਾਦ ਸਿਧਾਂਤ ਆਪਣੇ 3 ਹੈ। ਉਹ ਕਿਹੜੇ ਕਿਹੜੇ ਆਰਟੀਕਲ ਦੇ ਵਿੱਚ ਆਉਂਦੇ ਆ ਕਹਿੰਦੇ? ਤਾਂ ਇਹ ਆਉਂਦੇ ਆ ਭਾਈ ਬੀ ਨੰਬਰ ਆਪਸ਼ਨ ਦੇ ਵਿੱਚ। ਬਹੁਤ ਜ਼ਿਆਦਾ ਇੰਪੋਰਟੈਂਟ ਪੋਜੀਸ਼ਨ ਹੈਗਾ। ਆਰਟੀਕਲ 40, ਆਰਟੀਕਲ 47, ਆਰਟੀਕਲ 48 ਦੇ ਵਿੱਚ ਭਾਈ ਇਹ ਗਾਂਧੀਵਾਦ ਸਿਧਾਂਤਾਂ ਦੇ ਦਾਇਰੇ ਵਿੱਚ ਆਉਂਦੇ ਹਨ। ਇੱਕ ਇਹਦੇ 'ਚ ਹੈਗਾ ਸੀ ਸੋਸ਼ਲਿਸਟ, ਇੱਕ ਗਾਂਧੀਅਨ। ਠੀਕ ਹੈ, ਅਤੇ ਇੱਕ ਹੋਰ ਸੀ, ਉਹ ਮੇਰੇ ਮਾਈਂਡ 'ਚੋਂ ਸਕਿਪ ਹੋ ਰਿਹਾ ਹੈਗਾ, ਸੋਸ਼ਲਿਸਟ ਗਾਂਧੀਇਸਟ। ਅਤੇ ਇਹ ਪੇਪਰ ਦੇ ਵਿੱਚ ਵੀ ਆਇਆ ਹੋਇਆ, ਇਸ ਨੂੰ ਕਰਵਾਇਆ ਹੋਇਆ ਥਿਊਰੀ 'ਚ ਮੈਂ। ਠੀਕ ਹੈ, ਇਸ ਤੋਂ ਬਾਅਦ ਜ਼ਿਆਦਾ DPSP ਸਮਾਜਵਾਦ ਦੇ ਭਲਾਈ ਵਿੱਚ ਕੰਮਾਂ ਨੂੰ ਹੈ। ਦੂਸਰੀ ਗੱਲ ਇਹ ਕੀ ਹੈਗਾ? ਇਹਦੇ ਸਜ਼ਾ ਨਹੀਂ ਮਿਲ ਸਕਦੀ ਆਪਾਂ ਨੂੰ ਜੇ ਆਪਾਂ ਇਹਨਾਂ ਦੀ ਉਲੰਘਣਾ ਕਰਦੇ ਹਾਂ, ਜਾਂ ਆਪਾਂ ਇਹਨਾਂ ਨੂੰ ਨਹੀਂ ਮੰਨਦੇ। ਉਲੰਘਣਾ ਨਹੀਂ ਕਹਿ ਸਕਦਾ, ਜੇ ਆਪਾਂ ਨੂੰ ਨਹੀਂ ਮੰਨਦੇ ਤਾਂ ਆਪਣੀ ਕੋਈ ਸਜ਼ਾ ਨਹੀਂ ਹੋ ਸਕਦੀ ਆਪਾਂ ਨੂੰ। ਠੀਕ ਹੈ, ਇਹ ਗੱਲ ਯਾਦ ਰੱਖਣੀ। ਆਰਟੀਕਲ 40 ਦੇ ਵਿੱਚ ਕੀ ਗੱਲ ਹੋਈ ਹੈ? ਪਿੰਡਾਂ ਦੀਆਂ ਪੰਚਾਇਤਾਂ ਦੀ। ਆਰਟੀਕਲ 40 ਦੇ ਵਿੱਚ ਕੀ ਆਪਾਂ ਉਦਯੋਗਾਂ ਵਾਸਤੇ ਉਤਸ਼ਾਹਿਤ ਕਰਨਾ। ਆਰਟੀਕਲ 46 ਦੇ ਵਿੱਚ ਕੀ ਅਨੁਸੂਚਿਤ ਜਾਤੀਆਂ ਦੇ ਸਮਾਜ ਨੂੰ, ਕਮਜ਼ੋਰ ਵਰਗਾਂ ਨੂੰ ਮਜ਼ਬੂਤ ਬਣਾਉਣਾ। ਆਰਟੀਕਲ 48 ਦੇ ਵਿੱਚ ਕੀ ਹੈ? ਗਾਵਾਂ, ਬੱਚਿਆਂ ਅਤੇ ਹੋਰ ਦੁਧਾਰੂ ਡਰਾਫਟ ਪਸ਼ੂਆਂ ਦੇ ਕਤਲੇਆਮ 'ਤੇ ਰੋਕ ਲਾਉਣਾ। ਠੀਕ ਹੈ, ਇਹ ਗੱਲ ਯਾਦ ਰੱਖਿਓ। ਇਸ ਤੋਂ ਬਾਅਦ ਅੱਗੇ ਹੇਠ ਲਿਖੇ ਵਿੱਚੋਂ ਕੌਣ ਭਾਰਤ ਦੇ ਸੰਵਿਧਾਨ ਵਿੱਚ ਖਰੜੇ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਕਮੇਟੀ ਦਾ ਚੇਅਰਮੈਨ ਸੀ? ਜਿਹੜਾ ਆਪਣੀ ਸੰਵਿਧਾਨ ਵਿੱਚ ਖਰੜੇ ਦੀ ਜਾਂਚ ਜਿਹੜੀ ਕਰਨੀ ਸੀ, ਉਹਦੀ ਕਮੇਟੀ ਬਣਾਈ ਗਈ ਸੀ। ਖਰੜਾ ਸਾਰਾ ਜਾਂਚ ਕਰਨ ਵਾਸਤੇ, ਕਿਵੇਂ ਸੰਵਿਧਾਨ ਦਾ ਸਿਸਟਮ ਹੈਗਾ ਸਾਰਾ, ਅਤੇ ਕਿਹੜੀਆਂ ਗੱਲਾਂ ਦੇ ਵਿੱਚ ਕਮੀ ਹੈ, ਕਿਹੜੀ ਸਾਰਾ ਕੁਛ ਮਤਲਬ ਖਰੜਾ ਤਿਆਰ ਕਰਕੇ ਉਹਦੀ ਜਾਂਚ ਕਰਨ ਵਾਸਤੇ ਜਿਹੜੀ ਕਮੇਟੀ ਬਣੀ ਸੀ, ਉਹਦਾ ਚੇਅਰਮੈਨ ਕੌਣ ਸੀ? BR ਅੰਬੇਦਕਰ, ਸਰ ਅਲਾਦੀ, ਸਰ ਪਟੇਲ ਕਿ ਸਰਦਾਰ ਬਲਵੰਤ ਸਿੰਘ? ਤਾਂ ਇਹਦਾ ਆਨਸਰ ਹੈਗਾ ਆਪਸ਼ਨ ਨੰਬਰ B, ਸਰ ਅਲਾਦੀ ਕ੍ਰਿਸ਼ਨਾ ਸਵਾਮੀ ਅਈਅਰ। ਠੀਕ ਹੈ, ਸਰ ਅਲਾਦੀ ਕ੍ਰਿਸ਼ਨਾ ਸਵਾਮੀ ਅਈਅਰ ਭਾਰਤ ਦੇ ਸੰਵਿਧਾਨ ਖਰੜੇ ਦੀ ਜਾਂਚ ਕਰਨ ਲਈ ਵਿਸ਼ੇਸ਼ ਕਮੇਟੀ ਦੇ ਚੇਅਰਮੈਨ ਸਨ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਕਹਿੰਦੇ ਭਾਰਤ ਦੇ ਸੰਵਿਧਾਨ ਦੇ ਹੇਠ ਲਿਖੇ ਲੇਖਾਂ ਵਿੱਚੋਂ ਕਿਹੜਾ ਮਨੁੱਖਾਂ ਵਿੱਚ ਆਵਾਜਾਈ ਦੀ ਮਨਾਹੀ ਨਾਲ ਸੰਬੰਧਿਤ ਹੈ? ਮਨੁੱਖਾਂ ਵਿੱਚ ਆਵਾਜਾਈ ਦੀ ਮਨਾਹੀ
ਕਿਹੜਾ ਸਮੁੰਦਰ ਦੇ ਵਿੱਚੋਂ, ਇਹ ਤਾਂ ਤੁਸੀਂ ਸਾਰੇ ਪੜ੍ਹ ਕੇ ਗਏ ਹੋ ਮਿੱਤਰੋ। ਆਰਟੀਕਲ 24 ਦਾ ਆਪਣਾ ਆ ਜਾਂਦਾ ਉਹ ਬੱਚਿਆਂ ਵਾਸਤੇ ਕਿ ਆਪਾਂ 14 ਸਾਲ ਤੋਂ ਘੱਟ ਬੱਚੇ ਤੋਂ ਫੈਕਟਰੀ 'ਚ ਕੰਮ ਨਹੀਂ ਕਰਵਾ ਸਕਦੇ, ਆ ਵੀ ਉਹ ਚੀਜ਼ਾਂ ਨੂੰ ਲੈ ਕੇ ਆ। 21 ਦੇ ਵਿੱਚ ਆਪਾਂ ਨੂੰ ਮਤਲਬ 21 ਇਹਦੇ ਵਿੱਚ ਆਪਾਂ ਪੜ੍ਹਾਈ ਮੁਫਤ ਕਰ ਸਕਦੇ ਹਾਂ, ਠੀਕ ਹੈ। ਤਾਂ ਇਹਦਾ ਆਨਸਰ ਆ ਜਾਊਗਾ ਆਪਣੇ ਕੋਲ ਆਪਸ਼ਨ ਸੀ। ਆਰਟੀਕਲ 23 ਦੀ ਗੱਲ ਕਰ ਰਹੇ ਹੈ ਕਿ ਇਹਦੇ ਵਿੱਚ ਆਵਾਜਾਈ ਦੀ ਮਨਾਹੀ ਹੈ। ਆਵਾਜਾਈ ਦਾ ਮਤਲਬ ਕੀ ਹੁੰਦਾ? ਹਿਊਮਨ ਟਰੈਫਿਕਿੰਗ। ਹਿਊਮਨ ਟਰੈਫਿਕਿੰਗ ਕਹਿਣ ਦਾ ਮਤਲਬ ਕਿ ਬੱਚਿਆਂ ਨੂੰ ਆਪਾਂ ਚੱਕ ਕੇ ਉਹਨੂੰ ਵੇਚ ਨਹੀਂ ਸਕਦੇ, ਬੱਚਿਆਂ ਨੂੰ ਚੱਕ ਕੇ ਉਹਨਾਂ ਨੂੰ ਵੇਚ ਨਹੀਂ ਸਕਦੇ, ਉਹਨਾਂ ਦਾ ਆਪਾਂ ਸ਼ੋਸ਼ਣ ਨਹੀਂ ਕਰਵਾ ਸਕਦੇ, ਉਹਨਾਂ ਦਾ ਆਪਾਂ ਭੀਖ ਨਹੀਂ ਮੰਗਵਾ ਸਕਦੇ। ਇਹ ਸਾਰਾ ਕੁਛ ਕਾਹਦੇ ਵਿੱਚ ਆ ਜਾਂਦਾ ਗਾ? ਹਿਊਮਨ ਟਰੈਫਿਕ ਕਹਿ ਦਿੰਦੇ ਇਹਨੂੰ ਆਪਾਂ, ਹਿਊਮਨ ਟਰੈਫਿਕਿੰਗ ਕਹਿ ਦਿੰਦੇ ਆ, ਠੀਕ ਆ। ਮਨੁੱਖਾਂ ਦੀ ਆਵਾਜਾਈ ਦੀ ਮਨਾਹੀ ਹੀ ਹੁੰਦੀ ਹੈ। ਟਰੈਫਿਕਿੰਗ ਕਰਕੇ ਇਹਨੂੰ ਪੰਜਾਬੀ 'ਚ ਆਪਾਂ ਟਰੈਫਿਕਿੰਗ ਕਹਿ ਦਿੰਦੇ ਹਾਂ ਕਿ ਭਾਈ ਬੱਚਿਆਂ ਨੂੰ ਚੱਕ ਕੇ ਵੇਚਣਾ, ਛੋਟੇ ਬੱਚਿਆਂ ਨੂੰ, ਠੀਕ ਹੈ। ਆਰਟੀਕਲ 23 ਦੇ ਵਿੱਚ ਆ ਜਾਂਦਾ। 21 ਦੇ ਵਿੱਚ ਤਾਂ ਨਹੀਂ ਆ ਸਕਦਾ ਕਿਉਂਕਿ 21 ਦੇ ਵਿੱਚ ਪੜ੍ਹਾਈ ਰਿਲੇਟਡ ਗੱਲਾਂ ਆ ਗਈਆਂ, ਠੀਕ ਹੈ। 24 ਦੇ ਵਿੱਚ ਇਹ ਹੈਗਾ ਜਿਹੜਾ 23 ਤੋਂ ਲੈ ਕੇ 24 ਤੱਕ ਹੈਗਾ, ਇਹ ਆ ਜਾਂਦਾ ਗਾ ਫੰਡਾਮੈਂਟਲ ਰਾਈਟ ਅਗੇਂਸਟ ਐਕਸਪਲੋਟੇਸ਼ਨ, ਸ਼ੋਸ਼ਣ ਦੇ ਵਿਰੁੱਧ ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਠੀਕ ਹੈ। ਆ ਦੇਖੋ ਆਰਟੀਕਲ 23 ਦੇ ਵਿੱਚ ਮਨੁੱਖਾਂ ਵਿੱਚ ਆਵਾਜਾਈ ਕਹਿੰਦਾ ਮਤਲਬ ਕਿ ਹਿਊਮਨ ਟਰੈਫਿਕਿੰਗ, ਜਬਰੀ ਮਜ਼ਦੂਰੀ ਵਿਵਸਥਾ। ਇਹ ਕਹਿੰਦਾ ਹੈ ਕਿ ਮਨੁੱਖ ਵਿੱਚ ਭਿਖਾਰੀ ਅਤੇ ਹੋਰ ਸਮਾਨ ਜਬਰੀ ਮਜ਼ਦੂਰੀ ਆਵਾਜਾਈ ਦੀ ਮਨਾਹੀ ਹੈ, ਇਹ ਕੁਛ ਆਪਾਂ ਨਹੀਂ ਕਰਵਾ ਸਕਦੇ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਅਗਲਾ, ਭਾਰਤ ਦੇ ਸੰਵਿਧਾਨ ਦੇ ਹੇਠ ਲਿਖੇ ਸੋਧਾਂ ਵਿੱਚੋਂ ਦਿੱਲੀ ਨੂੰ ਕੌਮੀ ਰਾਜਧਾਨੀ ਖੇਤਰ ਦੇ ਰੂਪ ਵਿੱਚ ਕਦੋਂ ਬਣਾਇਆ ਗਿਆ ਸੀ? ਤੁਹਾਨੂੰ ਦੱਸਿਆ ਕਿ ਆਪਣੀ ਜਿਹੜੀ ਰਾਜਧਾਨੀ ਬਣੀ ਸੀ 1911 ਦੇ ਵਿੱਚ। ਕਿਹੜੇ ਐਕਟ ਦੇ ਅਧੀਨ ਬਣੀ ਸੀ? 69ਵਾਂ ਐਕਟ, ਸੋਧ ਐਕਟ। ਬੀ ਨੰਬਰ ਆਪਸ਼ਨ ਇਹਦਾ ਆਨਸਰ ਹੈ ਭਾਈ, ਇਹ ਕਰਵਾ ਕੇ ਗਿਆ ਹੋਇਆ ਤੁਹਾਨੂੰ, ਠੀਕ ਹੈ। ਸੰਵਿਧਾਨ ਦੇ ਵਿੱਚ 69ਵਾਂ ਸੋਧ ਐਕਟ 1991 ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਰੂਪ ਵਿੱਚ ਡਿਜ਼ਾਈਨ ਕਰਕੇ ਇੱਕ ਵਿਸ਼ੇਸ਼ ਦਰਜਾ ਦਿੱਤਾ ਗਿਆ ਸੀ। ਪਰ ਭਾਰਤ ਦੀ ਰਾਜਧਾਨੀ ਕਦੋਂ ਬਣਾਈ ਗਈ ਸੀ? 1911 ਦੇ ਵਿੱਚ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਸਾਬਕਾ ਭਾਰਤੀ ਰਾਜਾਂ ਦੇ ਸ਼ਾਸਕਾਂ ਦੇ ਨਿੱਜੀ ਪਰਸ ਅਤੇ ਵਿਸ਼ੇਸ਼ ਅਧਿਕਾਰ ਦੀ ਧਾਰਨਾ ਨੂੰ ਇਹਨਾਂ ਦੁਆਰਾ ਸਮਾਪਤ ਕੀਤਾ ਗਿਆ ਹੈ। ਜਿਹੜੇ ਸਾਬਕਾ ਭਾਰਤੀ ਰਾਜ ਆਪਣੇ ਦੇ ਸ਼ਾਸਕਾਂ ਦੇ ਨਿੱਜੀ ਪਰਪਸ ਹੈ, ਜਿਹੜੇ ਪਰਪਸ ਲਿਖਣਾ ਸੀ, ਅਤੇ ਵਿਸ਼ੇਸ਼ ਅਧਿਕਾਰ ਧਾਰਨਾ ਨੂੰ ਇਹਨਾਂ ਦੁਆਰਾ ਸਮਾਪਤ ਕਰਤਾ। ਕਿਹਦੇ ਸਮਾਪਤ ਕਰਤਾ ਸੀ? ਨਿੱਜੀ ਅਧਿਕਾਰਾਂ ਨੂੰ। ਇਹ ਕਰਤਾ ਸੀ ਆਪਣਾ 20ਵੀਂ ਸੋਧ ਐਕਟ ਦੁਆਰਾ। ਇਹਦਾ ਆਨਸਰ ਹੈਗਾ ਬੀ ਨੰਬਰ ਆਪਸ਼ਨ। ਇਹਦੇ ਵਿੱਚ ਡਿਟੇਲ 'ਚ ਡਿਸਕਸ ਕਰਦੇ ਹਾਂ। ਆਰਟੀਕਲ 363 ਵਿੱਚ 20ਵੇਂ ਸੋਧ ਦੁਆਰਾ ਐਕਟ 1971 ਵਿੱਚ ਸ਼ਾਮਲ ਹੈ। ਇਹ ਸੋਧ ਪ੍ਰੀਵੀ ਪਰਸ ਨੂੰ ਖਤਮ ਕਰਨ ਵਾਸਤੇ ਕੀਤਾ ਗਿਆ ਸੀ, ਜਿਹੜੇ ਲੋਕ ਆਪਦੇ ਆਪ ਨੂੰ ਜ਼ਿਆਦਾ ਮਸ਼ਹੂਰ ਮੰਨਦੇ ਸੀ। ਇਸ ਤੋਂ ਬਾਅਦ ਸੰਵਿਧਾਨਕ ਤਾਨਾਸ਼ਾਹੀ ਦਾ ਸਿਧਾਂਤ ਪੇਸ਼ ਕੀਤਾ ਗਿਆ। ਤਾਨਾਸ਼ਾਹੀ ਦਾ ਮਤਲਬ ਕਿ ਜਿਹੜਾ ਬੰਦਾ ਸੰਵਿਧਾਨ ਦੇ ਵਿੱਚ ਆਟੋਕ੍ਰੇਸੀ ਕਰਦਾ ਹੈ, ਆਟੋਕ੍ਰੇਸੀ ਮਤਲਬ ਜਿਹੜੀ ਆਪਦੇ ਬੰਦਾ ਚਲਾਉਂਦਾ, ਤਾਨਾਸ਼ਾਹੀ ਚਲਾ ਰਿਹਾ ਸੰਵਿਧਾਨਕ ਤੌਰ 'ਤੇ, ਉਹਦੇ ਸਿਧਾਂਤ ਬਾਰੇ ਕਿਹੜਾ ਆਰਟੀਕਲ ਪੇਸ਼ ਕੀਤਾ ਗਿਆ? ਸੰਵਿਧਾਨਕ ਤਾਨਾਸ਼ਾਹੀ ਦਾ ਸਿਧਾਂਤ ਕਿਹੜਾ ਹੈਗਾ? ਕਿਹੜੇ ਐਕਟ ਦੀ ਉਹ ਬੰਦੇ 'ਤੇ ਕੇਸ ਹੋਊਗਾ? ਇਹ ਹੋਊਗਾ ਬਈ ਭਾਰਤੀ ਸਰਕਾਰ ਐਕਟ 1935। ਇਹ ਗੱਲ ਯਾਦ ਰੱਖਣੀ ਹੈ। ਭਾਰਤ ਸਰਕਾਰ ਨੇ ਐਕਟ 1935 ਦੁਆਰਾ ਪੇਸ਼ ਕੀਤੀ ਗਈ ਸੀ। ਸੰਵਿਧਾਨਕ ਤਾਨਾਸ਼ਾਹੀ ਰਾਜਪਾਲਾਂ ਅਤੇ ਕੇਂਦਰ ਦੇ ਰਾਜਪਾਲਾਂ ਦੀ ਕਾਰਜਕਾਰੀ ਅਥਾਰਟੀ ਰਾਜਪਾਲ ਦੀ ਤਰਫੋਂ ਗਵਰਨਰ ਜਨਰਲ ਵਿੱਚ ਹੈ। ਇਹ ਕੋਈ ਬੜਾ ਇੰਪੋਰਟੈਂਟ ਚੀਜ਼ ਹੈ ਨਹੀਂ, ਬਸ ਕੱਲੀ ਜਿਹੜੀ ਦੱਸੀ ਉਹੀ ਚੀਜ਼ ਯਾਦ ਕਰ ਲਓ। ਐਕਟ ਵੋਟ ਪਾਉਣ ਦੇ ਅਧਿਕਾਰ ਲਈ ਕਿਹੜਾ ਐਕਟ ਪ੍ਰਦਾਨ ਕੀਤਾ ਗਿਆ? ਜਿਹੜਾ ਆਪਣੇ ਵੋਟ ਪਾਉਣੇ ਉਹਦੇ ਵਾਸਤੇ ਕਿਹੜਾ ਐਕਟ ਬਣਾਇਆ ਗਿਆ ਸੀ? ਉਹਦੇ ਵਾਸਤੇ ਬਣਾਇਆ ਗਿਆ ਸੀ ਆਪਸ਼ਨ ਨੰਬਰ ਬੀ, ਗਵਰਨਮੈਂਟ ਆਫ ਇੰਡੀਆ ਐਕਟ। ਗਵਰਨਮੈਂਟ ਆਫ ਇੰਡੀਆ ਐਕਟ 1919। ਭਾਰਤ ਸਰਕਾਰ ਦੁਆਰਾ ਐਕਟ 1919 ਨੇ ਲਿਮਟਡ ਰਤਾਂ ਨੂੰ ਵੋਟ ਦੀ ਸੀਮਿਤ ਅਧਿਕਾਰ ਦੇ ਦਿੱਤੇ ਸਨ। ਕੁਝ ਆਮਦਨੀ ਮਾਪਦੰਡਾਂ ਵਾਲੀਆਂ ਵੂਮੈਨਾਂ ਨੂੰ ਵੀ ਸੂਬਿਆਂ ਦੁਆਰਾ ਅਧਿਕਾਰ ਦਿੱਤਾ ਜਾ ਸਕਦਾ ਹੈ ਜੇਕਰ ਉਹ ਅਜਿਹਾ ਕਰਨਾ ਚਾਹੁੰਦੀਆਂ ਤਾਂ ਵੂਮੈਨ। ਬਸ ਇਹ ਵੀ ਪੁਰਾਣੀ ਗੱਲ, ਇਹਦਾ ਰਹਿਣ ਤੋਂ ਬਾਅਦ ਉਹੀ ਚੀਜ਼ ਯਾਦ ਕਰ ਲਓ ਜਿਹੜੀ ਦੱਸੀ ਹੈ। ਭਾਰਤ ਦੇ ਨਵੇਂ ਰਾਜ ਦੇ ਪਹਿਲੇ ਗਵਰਨਰ ਜਨਰਲ ਕੌਣ ਬਣੇ ਸਨ? ਇਹ ਤਾਂ ਆਪਾਂ ਨੂੰ ਪਤਾ ਹੀ ਹੈਗਾ, ਆਪਸ਼ਨ ਨੰਬਰ ਏ ਰਾਜੋਗੋਪਾਲਾਚਾਰੀਆ। ਨਹੀਂ, ਭਾਰਤ ਦੇ ਨਵੇਂ ਰਾਜ ਦੇ ਪਹਿਲੇ ਗਵਰਨਰ ਜਨਰਲ, ਅੱਛਾ ਭਾਰਤੀ ਨਹੀਂ ਪੁੱਛਿਆ ਇਹਨਾਂ ਨੇ, ਸੌਰੀ। ਜੇ ਪੁੱਛਣਾ ਦੇ ਭਾਰਤੀ ਫਿਰ ਤਾਂ ਆਪਣਾ ਉਹਦਾ ਸੀ ਰਾਜੋਗੋਪਾਲਾਚਾਰੀਆ। ਇਹਨਾਂ ਨੇ ਪੁੱਛਿਆ ਕਿ ਪਹਿਲੇ ਗਵਰਨਰ ਜਨਰਲ ਕੌਣ ਸੀ? ਇਹ ਤਾਂ ਹੈਗੇ ਸੀ ਭਾਈ ਆਪਣੇ ਬੀ ਨੰਬਰ ਆਪਸ਼ਨ, ਲਾਰਡ ਮਾਊਂਟਬੈਟਨ, ਠੀਕ ਹੈ। ਯਾਦ ਰੱਖਣੀ ਲਾਰਡ ਮਾਊਂਟਬੈਟਨ। ਜੇ ਇੰਡੀਆ ਦਾ ਭਾਰਤ ਦਾ ਪੁੱਛ ਲੈਂਦੇ ਪਹਿਲਾਂ ਕਿਹੜਾ ਸੀ, ਫਿਰ ਸ੍ਰੀ ਰਾਜੋਗੋਪਾਲਾਚਾਰੀਆ ਹੁੰਦਾ। ਭਾਰਤ ਅਤੇ ਪਾਕਿਸਤਾਨ, ਜਿਹੜਾ ਪਾਕਿਸਤਾਨ ਦਾ ਆਜ਼ਾਦੀ ਦਿਵਸ ਉਹ 14 ਅਗਸਤ ਅਤੇ ਆਪਣਾ ਹੈਗਾ 15 ਅਗਸਤ। 1947 ਨੂੰ ਅੱਧੀ ਰਾਤ ਨੂੰ ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਮਾਊਂਟਬੈਟਨ ਨੇ ਜੂਨ 1948 ਤੱਕ ਆਜ਼ਾਦ ਭਾਰਤ ਦੇ ਪਹਿਲੇ ਗਵਰਨਰ ਵਜੋਂ ਸੇਵਾ ਨਿਭਾਈ ਸੀ। ਆਪਣਾ ਲਾਸਟ ਸਵਾਲ ਆ ਭਾਈ, ਆਜ਼ਾਦ ਭਾਰਤ ਦੇ ਪਹਿਲੇ ਮੰਤਰੀ ਮੰਡਲ ਵਿੱਚ ਵਿਦੇਸ਼ ਅਤੇ ਰਾਸ਼ਟਰਮੰਡਲ ਸੰਬੰਧਾਂ ਦਾ ਪੋਰਟਫੋਲੀਓ ਕਿਸ ਨੇ ਸੰਭਾਲਿਆ ਸੀ? ਠੀਕ ਹੈ, ਜਿਹੜਾ ਪਹਿਲਾ ਮੰਤਰੀ ਮੰਡਲ ਸੀ, ਮੰਡਲ ਵਿਦੇਸ਼ ਅਤੇ ਰਾਸ਼ਟਰਮੰਡਲ ਸੰਬੰਧਾਂ ਦਾ, ਇਹ ਕਿਹਨੇ ਸੰਭਾਲਿਆ ਸੀ? ਸਾਰਾ ਜੁਗਾੜ ਮੇਟੇ ਦਾ ਜਿੰਨਾ ਵੀ ਹੈਗਾ ਸੀ, ਤਾਂ ਇਹ ਸੰਭਾਲਿਆ ਸੀ ਬਈ ਆਪਣੇ ਜਵਾਹਰ ਲਾਲ
नेहरू ने ए नंबर ऑप्शन है बिल्कुल सही आंसर है। ਜਵਾਹਰ ਲਾਲ ਨਹਿਰੂ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਵਿਦੇਸ਼ ਅਤੇ ਰਾਸ਼ਟਰਮੰਡਲ ਸੰਬੰਧਾਂ ਜਿਹੜੇ ਮੰਤਰਾਲਾ ਸੰਭਾਲਦੇ ਸਨ। ਇਹ ਗੱਲ ਯਾਦ ਰੱਖਣੀ ਹੈ। ਜਿਹੜੇ ਰਾਸ਼ਟਰਮੰਡਲ ਸੀ ਆਪਣੇ ਵਿਦੇਸ਼ ਹੈ ਬਾਹਰਲੇ ਦੇਸ਼ ਅਤੇ ਆਪਣਾ ਜਿਹੜਾ ਰਾਸ਼ਟਰ ਸੀ ਉਹਦੇ ਵਿਚਕਾਰ ਜਿਹੜਾ ਸਾਰਾ ਸਿਸਟਮ ਸੀ ਇਹ ਸੰਭਾਲਦੇ ਸੀ। ਉਹਨਾਂ ਨੇ ਆਜ਼ਾਦ ਭਾਰਤ ਦੇ ਪਹਿਲੇ ਮੰਤਰੀ ਮੰਡਲ ਵਿੱਚ ਵਿਗਿਆਨਕ ਖੋਜ ਦਾ ਪੋਰਟਫੋਲੀਓ ਵੀ ਸੰਭਾਲਿਆ ਸੀ। ਠੀਕ ਹੈ ਜੀ, ਵਿਗਿਆਨਕ ਖੋਜ ਸੀ ਉਹਦਾ ਵੀ ਇਹਨਾਂ ਨੇ ਸੰਭਾਲਿਆ ਸੀ ਸਾਰਾ ਡਿਪਾਰਟਮੈਂਟ। ਠੀਕ ਹੈ, ਤਾਂ ਇਹਦੇ ਨਾਲ ਆਪਣੇ ਅੱਜ 20 ਦੇ 20 ਭਾਈ ਇਹ ਨਿਬੜ ਜਾਂਦੇ ਆ। ਅਤੇ ਜੇ ਤੁਹਾਨੂੰ ਭਾਈ ਮੈਰਾਥਨ ਕਲਾਸ ਚਾਹੀਦੀ ਹੈ, ਤੁਸੀਂ ਕਹਿੰਦੇ ਹੋ ਕਿ ਭਾਈ ਸਾਨੂੰ ਸਾਰੇ MCQ ਇਹ ਤੋਂ ਬਾਅਦ 100 MCQ ਦਾ ਫੰਡਾ ਹੈਗਾ, ਇਹਦੇ ਵਿੱਚ 80 ਬਾਕੀ ਬਚਦੇ ਆ। ਜੇ ਤੁਸੀਂ ਕਹਿੰਦੇ ਹੋ ਵੀ ਸਾਨੂੰ 80 ਦੇ 80 ਕਰਾ ਦਿੱਤੇ ਜਾਣ ਇੱਕ ਕਲਾਸ ਦੇ ਵਿੱਚ ਤਾਂ ਵੀ ਦੱਸ ਦਿਓ। ਜੇ ਕਿਸੇ ਬੱਚੇ ਨੇ ਕਿਹਾ ਵੀ ਸਾਨੂੰ 20 ਕਰਵਾ ਦਿਓ ਤਾਂ ਵੀ ਕੋਈ ਚੱਕਰ ਨਹੀਂ, ਤਾਂ ਤੁਸੀਂ ਦੱਸ ਦਿਓ ਮੈਨੂੰ। ਠੀਕ ਹੈ ਬੱਚਿਓ, ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ।